जिंदाबाद जिंदाबाद किसान यूनियन जिंदाबाद किसान मजदूर एकता जिंदाबाद। किसान ने ਜਿਹੜੇ ਸੜਕਾਂ ਤੇ ਬੈਠੇ ਨੇ ਅੱਜ ਵਿਸ਼ਵਾਸਘਾਤ ਦਿਨ ਜਿਹੜਾ ਮਨਾਇਆ ਜਾ ਰਿਹਾ ਬੀਜੇਪੀ ਦੇ ਖਿਲਾਫ। ਹਾਂਜੀ, ਕਿਸ ਤਰ੍ਹਾਂ ਸੁਧਾਰੋਗੇ? ਕਿਸਾਨੀ ਸੜਕਾਂ ਤੇ ਰਹਿੰਦੀ ਹਰ ਵਕਤ ਖੇਤਾਂ ਜਾਂ ਸੜਕਾਂ 'ਚ, ਕਦੋਂ ਹਾਲਤ ਸੁਧਰੇਗੀ ਕਿਸਾਨਾਂ ਦੀ? ਇਸੇ ਕਰਕੇ ਤਾਂ ਅਸੀਂ ਫਿਰ ਮੈਦਾਨ 'ਚ ਆਏ ਹਾਂ। ਅਸੀਂ ਹੁਣ ਇਸੇ ਕਰਕੇ ਉਸ ਜਗ੍ਹਾ ਤੇ ਜਾਣਾ ਚਾਹੁੰਦੇ ਹਾਂ ਜਿੱਥੋਂ ਇਹ ਕਾਨੂੰਨ ਬਣਦੇ ਨੇ। 5 ਸਾਲ ਦਾ ਸਮਾਂ ਕਾਂਗਰਸ ਦਾ ਲੰਘ ਗਿਆ ਜੀ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ, ਪਰ ਹੁਣ ਫਿਰ ਨਵਜੋਤ ਸਿੰਘ ਸਿੱਧੂ ਵਾਅਦਾ ਕਰ ਰਹੇ ਨੇ, ਕਹਿੰਦੇ ਅਸੀਂ 5 ਲੱਖ ਨੌਕਰੀ ਦੇ ਦਾਂਗੇ ਪੰਜਾਬ ਦੇ ਵਿੱਚ। ਜਿਹੜਾ ਬੰਦਾ ਉਹਨੂੰ ਪੂਰਾ ਨਹੀਂ ਕਰਦਾ ਤਾਂ ਉਹਦੀ ਜਾਂ ਤਾਂ ਮਾਨਤਾ ਰੱਦ ਹੋਵੇ ਉਸ ਪਾਰਟੀ ਦੀ, ਜਾਂ ਜਿਹੜਾ ਉਹਦੀ ਚੋਣ ਜਿੱਤੀ ਹੋਈ ਹੈ ਉਹਨੂੰ ਕੈਂਸਲ ਕੀਤਾ ਜਾਵੇ, ਵਾਪਸ ਬੁਲਾਇਆ ਜਾਵੇ। ਕਿਉਂਕਿ ਜਾਂ ਫਿਰ ਅੱਗੇ ਵਾਸਤੇ ਉਹਨੂੰ ਲੜਨ ਤੋਂ 5 ਸਾਲ ਵਾਸਤੇ 10 ਸਾਲ ਵਾਸਤੇ ਬੈਨ ਕੀਤਾ ਜਾਵੇ, ਜਿਹੜਾ ਬੰਦਾ ਝੂਠੇ ਵਾਅਦੇ ਕਰਦਾ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਲੀਡਰ ਉਹ ਵੀ ਅਪੀਲ ਕਰ ਰਹੇ ਨੇ, ਜਿਹੜੀਆਂ ਜਥੇਬੰਦੀਆਂ ਬਾਈਕਾਟ ਕਰ ਰਹੀਆਂ ਨੇ ਜਾਂ ਵਿਰੋਧ ਕਰ ਰਹੀਆਂ ਨੇ, ਜੀ, ਤੇ ਫਿਰ ਕਿੰਨਾ ਸਮਾਂ ਤੁਸੀਂ ਇਹਨਾਂ ਦੇ ਥੱਲੇ ਲੱਗੇ ਰਹੋਗੇ? ਜੋ 70 ਸਾਲ ਤੁਹਾਨੂੰ ਲੁੱਟਦੇ ਰਹੇ ਕੁੱਟਦੇ ਰਹੇ, ਹੁਣ ਸਮਾਂ ਆ ਗਿਆ ਜਾਗਣ ਦਾ। ਅੰਮ੍ਰਿਤਸਰ ਹਲਕੇ ਬਾਰੇ ਉਹ ਕਹਿੰਦੇ ਵੀ ਵਿਕਰਮ ਮਜੀਠੀਆ ਜਿੱਤੂ, ਉੱਥੇ ਨਵਜੋਤ ਸਿੰਘ ਸਿੱਧੂ ਹਾਰੂਗਾ। ਮੈਨੂੰ ਇਹੀ ਨਹੀਂ ਗੱਲ ਸਮਝ ਆਉਂਦੀ ਇਹਨੇ ਰਾਜਨੇਤਾਵਾਂ ਦੀ, ਇਹ ਇੰਨੀ ਛੇਤੀ ਆਪਣੇ ਗਿਰਗੜ ਤੋਂ ਵੀ ਛੇਤੀ ਰੰਗ ਬਦਲਦੇ ਨੇ। ਲੋਕਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਵੀ ਅਸੀਂ ਪੰਜਾਬ ਤੈਸੀਆਂ ਪੰਜਾਬੀਆਂ ਦੇ ਰਾਖੀਆਂ, ਅਸੀਂ ਪਾਣੀ ਦੇ ਰਾਖੀਆਂ। ਕੋਈ ਗੱਲਬਾਤ ਨਹੀਂ, ਇਹ ਤਾਂ ਸਿਰਫ ਰਾਜਪਾਟ ਕਰਨ ਆਏ ਨੇ, ਲੋਕਾਂ ਦਾ ਬੇਵਕੂਫ ਬਣਾ ਰਹੇ ਨੇ। ਜਿਹੜੇ ਪੰਜਾਬ ਹਤੈਸ਼ੀ ਬੰਦੇ ਸੀਗੇ ਉਹ ਤਾਂ ਇਹਨਾਂ ਨੇ ਕੱਢ ਕੇ ਬਾਹਰ ਮਾਰੇ। ਕੇਜਰੀਵਾਲ ਸਾਹਿਬ ਕੱਲ ਐਲਾਨ ਕਰ ਰਹੇ ਸੀ, ਕਹਿੰਦੇ ਵੀ ਖੁੱਲਾ ਆਫਰ ਆ, ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਨੇ, ਜਿਹੜੇ ਇਮਾਨਦਾਰ ਲੀਡਰ ਸਾਡੇ ਕੰਨੀ ਆ ਜਾਓ। ਓਹੋ, ਬੋਲੀ ਲਾਉਣ ਲੱਗੇ ਹੋਏ ਨੇ। ਇਮਾਨਦਾਰ ਲੀਡਰ ਨੇ ਜਿਹੜੇ ਪਹਿਲਾਂ ਬਾੜੇ ਨੂੰ ਇਮਾਨਦਾਰ ਲੀਡਰ ਨੇ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਪੱਤਰ ਭਰਨ ਦਾ ਜਿਹੜਾ ਆਖਰੀ ਪੜਾਅ ਵੱਲ ਜਿਹੜਾ ਵੱਧਦਾ ਜਾ ਰਿਹਾ ਸਮਾਂ, ਕੱਲ ਆਖਰੀ ਡੇਟ ਹੈ। ਸਾਡੇ ਨਾਲ ਸਮਾਣਾ ਹਲਕੇ ਤੋਂ ਰਸਪਾਲ ਸਿੰਘ ਜੌੜੇ ਮਾਜਰਾ ਨੇ, ਜੋ ਕਿ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਨੇ ਸਮਾਣਾ ਹਲਕੇ ਤੋਂ। ਗੱਲਬਾਤ ਕਰਾਂਗੇ ਇਹਨਾਂ ਦੇ ਵੱਲੋਂ ਵੀ ਅੱਜ ਜਿਹੜਾ ਨਾਮਜ਼ਦਗੀ ਪੱਤਰ ਭਰਿਆ ਗਿਆ, ਗੱਲਬਾਤ ਕਰਦੇ ਹਾਂ। ਜੌੜੇ ਮਾਜਰਾ ਸਾਹਿਬ, ਕਿਸ ਤਰ੍ਹਾਂ ਦੀ ਤਿਆਰੀ ਹੈ? ਮੈਦਾਨ ਬਿਲਕੁਲ ਤਿਆਰ ਆ? ਬਿਲਕੁਲ, ਹਾਂ ਜੀ, ਹਾਂ, ਤਿਆਰੀ ਪੂਰੀ ਹੈ ਜੀ। ਤੇ ਇਹ ਹੈ ਵੀ ਸਾਡਾ ਥੋੜਾ ਜਿਹਾ ਜਿਹੜਾ ਲੇਟ ਵਾਲਾ ਕੰਮ ਹੈ ਉਹ ਲੇਟ ਕੱਢਣਾ ਸਾਨੂੰ ਪੈ ਰਿਹਾ ਹੈ। ਭਜਨਟ ਸਾਨੂੰ ਵਧਾਉਣੀ ਪੈਣੀ ਹੈ ਜੀ, ਤੇ ਉਹ ਤਾਂ ਸਾਡਾ ਹੈ ਪ੍ਰੋਬਲਮ ਸਾਡੇ ਵਾਸਤੇ, ਕਿਉਂਕਿ ਦੂਜੀਆਂ ਪਾਰਟੀਆਂ ਪਹਿਲਾਂ ਦੀ ਚੱਲੀਆਂ ਹੋਈਆਂ ਨੇ। ਅਸੀਂ ਹੁਣ ਲੇਟ ਸਟਾਰਟ ਕੀਤਾ ਹੈ, ਪਰ ਸਾਡੀ ਤਿਆਰੀ ਵੀ ਪੂਰੀ ਹੈ ਤੇ ਲੋਕਾਂ ਦਾ ਸਾਥ ਵੀ ਪੂਰਾ ਹੈ। ਜੌੜੇ ਮਾਜਰਾ ਸਾਹਿਬ, ਅੱਜ ਵੀ ਕਿਸਾਨ ਨੇ ਜਿਹੜੇ ਸੜਕਾਂ ਤੇ ਬੈਠੇ ਨੇ, ਅੱਜ ਵਿਸ਼ਵਾਸਘਾਤ ਦਿਨ ਜਿਹੜਾ ਮਨਾਇਆ ਜਾ ਰਿਹਾ ਬੀਜੇਪੀ ਦੇ ਖਿਲਾਫ। ਹਾਂਜੀ, ਕਿਸ ਤਰ੍ਹਾਂ ਸੁਧਾਰੋਗੇ? ਕਿਸਾਨੀ ਸੜਕਾਂ ਤੇ ਰਹਿੰਦੀ ਹਰ ਵਕਤ ਖੇਤਾਂ ਜਾਂ ਸੜਕਾਂ 'ਚ, ਕਦੋਂ ਹਾਲਤ ਸੁਧਰੇਗੀ ਕਿਸਾਨਾਂ ਦੀ? ਇਸੇ ਕਰਕੇ ਤਾਂ ਅਸੀਂ ਫਿਰ ਮੈਦਾਨ 'ਚ ਆਏ ਹਾਂ। ਅਸੀਂ ਹੁਣ ਇਸੇ ਕਰਕੇ ਉਸ ਜਗ੍ਹਾ ਤੇ ਜਾਣਾ ਚਾਹੁੰਦੇ ਹਾਂ ਜਿੱਥੋਂ ਇਹ ਕਾਨੂੰਨ ਬਣਦੇ ਨੇ। ਜਿਹੜੇ ਕਾਨੂੰਨਾਂ ਦੀ ਅਸੀਂ ਸਾਡੇ ਖਿਲਾਫ ਜਿਹੜੇ ਬਣਦੇ ਨੇ, ਅਸੀਂ ਲੜਾਈ ਸੜਕਾਂ ਤੇ ਬੈਠ ਕੇ ਲੜਦੇ ਹਾਂ। ਅਸੀਂ ਸੋਚੇ ਵੀ ਕਿਉਂ ਨਾ ਫਿਰ ਅਸੀਂ ਉਹ ਕਾਨੂੰਨਾਂ ਨੂੰ ਬਣਾਉਣ ਵਾਲੇ ਖੁਦ ਬਣਾਈਏ। ਜਿਸ ਤਰ੍ਹਾਂ ਭੀਮ ਰਾਓ ਅੰਬੇਦਕਰ ਜੀ ਹੋਰਾਂ ਨੇ ਆਪਣੇ ਲੋਕ ਸਭਾ 'ਚ ਜਾ ਕੇ ਆਪਣੇ ਲੋਕਾਂ ਵਾਸਤੇ ਕਾਨੂੰਨ ਬਣਾਏ, ਅਸੀਂ ਵੀ ਸਾਡੇ ਕਿਸਾਨੀ ਵਾਸਤੇ, ਸਾਡੇ ਮਜ਼ਦੂਰਾਂ ਵਾਸਤੇ ਉੱਥੇ ਜਾ ਕੇ ਕਾਨੂੰਨ ਬਣਾਈਏ। ਜੀ ਜੀ। ਕੀ ਲੱਗਦਾ ਪੰਜਾਬ ਦੇ ਵਿੱਚ ਐਲਾਨ ਬੜੇ ਹੋ ਰਹੇ ਨੇ? ਪਿਛਲੇ 5 ਸਾਲ ਦਾ ਸਮਾਂ ਕਾਂਗਰਸ ਦਾ ਲੰਘ ਗਿਆ ਜੀ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ, ਪਰ ਹੁਣ ਫਿਰ ਨਵਜੋਤ ਸਿੰਘ ਸਿੱਧੂ ਵਾਅਦਾ ਕਰ ਰਹੇ ਨੇ, ਕਹਿੰਦੇ ਅਸੀਂ 5 ਲੱਖ ਨੌਕਰੀ ਦੇ ਦਾਂਗੇ ਪੰਜਾਬ ਦੇ ਵਿੱਚ। ਪਹਿਲੀ ਗੱਲ ਤਾਂ ਮੈਂ ਇੱਕ ਡਿਮਾਂਡ ਕਰਦਾ ਚੋਣ ਕਮਿਸ਼ਨ ਸਾਹਿਬ ਤੋਂ। ਜੀ, ਜਿਵੇਂ ਹੁਣ ਪਿੱਛੇ ਜੇ ਮੈਂ ਇੱਕ ਖਬਰ ਸੁਣ ਰਿਹਾ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹੜੇ ਫ੍ਰੀ ਦੀ ਚੀਜ਼ਾਂ ਦੇਣ ਵਾਲੇ ਉਹ ਕਰਦੇ ਨੇ, ਉਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਤੇ ਦੂਜੀ ਮੈਂ ਕਹਿੰਦਾ ਇੱਕ ਜਿਹੜਾ ਚੋਣ ਮੈਨੀਫੈਸਟੋ ਨਾ, ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ। ਜਿਹੜਾ ਬੰਦਾ ਉਹਨੂੰ ਪੂਰਾ ਨਹੀਂ ਕਰਦਾ ਤਾਂ ਉਹਦੀ ਜਾਂ ਤਾਂ ਮਾਨਤਾ ਰੱਦ ਹੋਵੇ ਉਸ ਪਾਰਟੀ ਦੀ, ਜਾਂ ਜਿਹੜਾ ਉਹਦੀ ਚੋਣ ਜਿੱਤੀ ਹੋਈ ਹੈ ਉਹਨੂੰ ਕੈਂਸਲ ਕੀਤਾ ਜਾਵੇ, ਵਾਪਸ ਬੁਲਾਇਆ ਜਾਵੇ। ਕਿਉਂਕਿ ਜਾਂ ਫਿਰ ਅੱਗੇ ਵਾਸਤੇ ਉਹਨੂੰ ਲੜਨ ਤੋਂ 5 ਸਾਲ ਵਾਸਤੇ 10 ਸਾਲ ਵਾਸਤੇ ਬੈਨ ਕੀਤਾ ਜਾਵੇ, ਜਿਹੜਾ ਬੰਦਾ ਝੂਠੇ ਵਾਅਦੇ ਕਰਦਾ ਹੈ। ਇਹ ਲਾਰਿਆਂ ਤੇ ਝੂਠੇ ਵਾਅਦਿਆਂ ਨੇ ਸਾਡੇ ਲੋਕਾਂ ਦੀ ਜਿਹੜੀ ਸਮਝ ਹੈ ਉਹ ਇੱਕ ਤਰ੍ਹਾਂ ਦੀ ਖਤਮ ਕਰਕੇ ਰੱਖਤੀ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਲਾਰੇ ਪਿੱਛੇ ਲੱਗ ਕੇ ਸਰਕਾਰ ਬਣਾ ਲੈਂਦੇ ਨੇ। ਕਿਸੇ ਵੀ ਪਾਰਟੀ ਕੋਲ ਸਿੱਧੂ ਸਾਹਿਬ ਕੋਈ ਵਿਜ਼ਨ ਦੱਸਣ, ਕੋਈ ਦੱਸਣ ਉਹਨਾਂ ਕੋਲੇ ਕੀ ਰੋਡ ਮੈਪ ਹੈ ਜਿਹਦੇ ਨਾਲ ਉਹ 5 ਲੱਖ ਕਿੱਥੋਂ ਪੈਦਾ ਕਰਨਗੇ, ਕਿੱਥੇ ਦੇਣਗੇ ਨੌਕਰੀ, ਉਹ ਕਿਸ ਹਿਸਾਬ ਨਾਲ ਦੇਣਗੇ। ਜੇ ਤਾਂ ਕੋਈ ਹੈ ਫਿਰ ਤਾਂ ਸਮਝ ਆਉਂਦੀ ਹੈ ਗੱਲ। ਜੇ ਕਹੇ ਦੇਣਾ, ਪਹਿਲਾਂ ਕੈਪਟਨ ਨੇ ਵੀ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ,
ਤੇ ਸਾਰਾ ਕਰਜ਼ਾ ਮਾਫ ਕਰਾਂਗੇ। ਫਿਰ ਉਹ ਕੀ ਹੋ ਗਿਆ, ਕਿਸੇ ਨੂੰ ਦੇਤੀ ਨੌਕਰੀ। ਪ੍ਰਾਈਵੇਟ ਨੌਕਰੀਆਂ ਜਿਹੜੀਆਂ 8-8 ਹਜ਼ਾਰ ਤੇ ਮੁੰਡੇ ਰਹਿ ਰਹੇ ਸੀ ਆਲਰੇਡੀ, ਉਹਨਾਂ ਨੂੰ ਇਕੱਠੇ ਕਰਕੇ ਫਾਰਮ ਭਰਾ ਕੇ ਜੀ ਅਸੀਂ ਇੰਨੀ ਨੌਕਰੀ ਦੇਤੀ, ਇੰਨੀ ਨੌਕਰੀ ਦੇਤੀ। ਸਿਰਫ ਡਰਾਮੇਬਾਜ਼ੀ, ਜੁਮਲੇਬਾਜ਼ੀ ਹੈ, ਹੋਰ ਕੁਝ ਨਹੀਂ ਹੈ। ਦਿੱਲੀ ਮੋਰਚੇ ਦੇ ਵਿੱਚ ਹਰ ਵਰਗ ਜੁੜਿਆ ਹੋਇਆ ਸੀ ਤੁਹਾਡੇ ਨਾਲ, ਚਾਹੇ ਵਪਾਰੀ ਹੋਣ, ਮਜ਼ਦੂਰ ਹੋਣ, ਆੜ੍ਹਤੀ ਹੋਣ, ਸਾਰੇ ਜੁੜੇ ਹੋਏ ਸੀ। ਕਿਸ ਤਰ੍ਹਾਂ ਜੋੜੋਗੇ ਇੱਧਰ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੱਲ ਕਰੋਗੇ, ਕੀ ਰੋਡ ਮੈਪ ਹੈ ਤੁਹਾਡੇ ਕੋਲ? ਮੈਂ ਦੱਸਦਾ ਤੁਹਾਨੂੰ, ਸਾਡਾ ਜਿਹੜਾ ਖੇਤੀਬਾੜੀ ਹੈ, ਇਹ ਖੇਤੀ ਦਾ ਪ੍ਰਧਾਨ ਪੰਜਾਬ ਹੈ ਸਾਡਾ ਸੂਬਾ, ਜਿਹੜਾ ਖੇਤੀ ਦੇ ਨਾਲ ਹੀ ਸਾਰੇ ਕਾਰੋਬਾਰ ਜੁੜੇ ਹੋਏ ਨੇ। ਆੜ੍ਹਤੀਆ ਵੀ ਖੇਤੀ ਨਾਲ ਜੁੜਿਆ, ਰਾਈਸ ਮਿਲਰ ਵਾਲਾ ਵੀ ਖੇਤੀ ਨਾਲ ਜੁੜਿਆ, ਜਿੰਨੇ ਸਾਡੇ ਇੱਥੇ ਹੋਰ ਸਿਸਟਮ ਜੁੜੇ ਹੋਏ ਨੇ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਨੇ। ਜਿਵੇਂ ਆਪਾਂ ਜੇ ਸਮਝੀਏ ਕੰਬਾਈਨ ਬਣਾਉਂਦੇ ਨੇ, ਟਰੈਕਟਰਾਂ ਦੇ ਇੰਸਟਰੂਮੈਂਟ ਬਣਾਉਂਦੇ ਨੇ, ਤੇ ਉਹ ਸਾਰੇ ਲੋਕ ਜੇ ਆਪਾਂ ਦੇਖੀਏ ਖੇਤੀ ਧੰਦੇ ਨਾਲੇ ਜੁੜੇ ਹੋਏ ਨੇ। ਜਦੋਂ ਉਹਨੂੰ ਖੇਤੀ ਨੂੰ ਬਚਾਉਣ ਦੀ ਗੱਲ ਆ ਜਾਂਦੀ ਹੈ ਤਾਂ ਮਜ਼ਦੂਰ ਵੀ ਇਹ ਗੱਲ ਸੋਚਦਾ ਹੈ, ਤੇ ਇੱਕ ਮਿਸਤਰੀ ਵੀ ਇਹ ਗੱਲ ਸੋਚਦਾ ਹੈ, ਇੱਕ ਕੰਬਾਈਨ ਬਣਾਉਣ ਵਾਲਾ, ਇੱਕ ਇੰਪਲੀਮੈਂਟ ਬਣਾਉਣ ਵਾਲਾ ਇਹਦੇ ਖੇਤੀ ਦੇ, ਤੇ ਰਾਈਸ ਮਿਲਰ, ਸਾਰੇ ਫਿਰ ਨਾਲ ਇਕੱਠੇ ਜੁੜਦੇ ਨੇ। ਉਹਨਾਂ ਦਾ ਧੰਦਾ ਇਹ ਸਾਰੀ ਇਸੇ ਧੰਦੇ ਨਾਲ ਜੁੜੇ ਹੋਣ ਕਰਕੇ ਸਾਰਿਆਂ ਦਾ ਸਾਥ ਸਾਨੂੰ ਬਰਾਬਰ ਮਿਲੂਗਾ ਜੀ। ਤੁਸੀਂ ਤੁਹਾਡੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੇਤਨ ਜੋੜੇ ਮਾਜਰਾ, ਤੁਹਾਡੇ ਵੀ ਘਰਾਂ 'ਚ ਹੀ ਨੇ, ਚਾਚੇ ਤਾਏ ਦੇ ਬੇਟੇ? ਹਾਂਜੀ ਹਾਂ, ਮੇਰੇ ਤਾਈ ਦੇ ਬੇਟੇ ਨੇ। ਦੋਨੇ ਧਿਰਾਂ ਮੈਦਾਨ ਦੇ ਵਿੱਚ, ਹੁਣ ਕੀ ਲੱਗਦਾ? ਦੇਖੋ, ਇਹ ਸਾਡੀ ਕੋਈ ਨਿੱਜੀ ਰੰਜਿਸ਼ ਜਾਂ ਲੜਾਈ ਤਾਂ ਹੈ ਨਹੀਂ, ਠੀਕ ਹੈ, ਵਿਚਾਰਾਂ ਦੀ ਲੜਾਈ ਹੈ। ਉਹਨਾਂ ਨੂੰ ਆਮ ਆਦਮੀ ਪਾਰਟੀ ਚੰਗੀ ਲੱਗੀ, ਉਹ ਆਮ ਆਦਮੀ ਪਾਰਟੀ ਦੇ ਵਿਚਾਰ ਚੰਗੇ ਲੱਗੇ, ਉਹਨਾਂ ਨੇ ਆਮ ਆਦਮੀ ਪਾਰਟੀ 'ਚ ਮਿਹਨਤ ਕੀਤੀ, ਤੇ ਆਮ ਆਦਮੀ ਪਾਰਟੀ ਕੁਦਰਤੀ ਉਹਨਾਂ ਨੂੰ ਟਿਕਟ ਮਿਲ ਗਈ। ਤੇ ਮੈਂ ਇੱਧਰ ਕਿਸਾਨੀ ਵੱਲ ਜੁੜਿਆ ਹੋਇਆ ਸੀ, ਮੈਨੂੰ ਕਿਹੜਾ ਪਤਾ ਸੀ ਕਿਸਾਨਾਂ ਨੇ ਪਾਰਟੀ ਬਣਾ ਲੈਣੀ ਹੈ। ਕਿਸਾਨੀ ਵੱਲ ਜੁੜਿਆ ਹੋਇਆ ਸੀ ਤੇ ਪਾਰਟੀ ਬਣੀ, ਮੈਨੂੰ ਟਿਕਟ ਮਿਲ ਗਈ ਤੇ ਮੈਨੂੰ ਪੰਜਾਬ ਦਾ ਪ੍ਰਧਾਨ ਵੀ ਲਾਤਾ। ਤੇ ਹੁਣ ਇਹ ਤਾਂ ਸਾਡੀ ਮਜਬੂਰੀ ਹੈ, ਇਸ ਜਿਹੜੀ ਵਿਚਾਰਧਾਰਾ ਦੀ ਜਿਹੜੀ ਪਾਰਟੀ ਨਾਲ ਅਸੀਂ ਜੁੜੇ ਆ, ਉਹ ਪਾਰਟੀ ਦੀ ਲੜਾਈ ਲੜਨਾ ਸਾਡਾ ਫਰਜ਼ ਹੈ, ਉਹ ਲੜਨੀ ਹੈ। ਉਹਨਾਂ ਨੇ ਕਿਹਾ ਨਹੀਂ ਵੀ ਰਹਿਣ ਦਿਓ, ਤੁਸੀਂ ਮੇਰਾ ਸਾਥ ਦੇ ਦਿਓ? ਨਹੀਂ, ਕਹਿਣਾ ਚਾਹੀਦਾ ਵੀ ਨਹੀਂ, ਮੈਂ ਵੀ ਨਹੀਂ ਕਿਹਾ ਉਹਨਾਂ ਨੂੰ, ਤੇ ਕਹਿਣਾ ਚਾਹੀਦਾ ਵੀ ਨਹੀਂ। ਕੁਝ ਲੋਕ ਕਹਿੰਦੇ ਸੀ ਵੀ ਯਾਰ ਦੋਹੇ ਬਰਾਬਰ ਹੋ ਗਏ, ਅਸੀਂ ਕੀ ਕਰਾਂਗੇ, ਜਿਹੜੇ ਨੇੜੇ ਦੇ ਬੰਦੇ ਸੀਗੇ। ਪਰ ਅਸੀਂ ਇਹੀ ਗੱਲ ਸਾਹਮਣੇ ਰੱਖਦੇ ਹਾਂ ਵੀ ਇਹ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈ, ਵਿਚਾਰਾਂ ਦੀ ਲੜਾਈ ਹੈ। ਹੁਣ ਮੈਨੂੰ ਆਮ ਆਦਮੀ ਪਾਰਟੀ ਦੇ ਵਿਚਾਰ ਨਹੀਂ ਚੰਗੇ ਲੱਗਦੇ, ਮੈਂ ਕਿਸਾਨੀ ਨਾਲ ਖੜਾ, ਆਪਦੇ ਕਿੱਤੇ ਨਾਲ ਖੜਾ, ਤੇ ਉਹ ਇੱਕ ਰਾਜ ਕਰਨ ਵਾਸਤੇ ਆਈ ਹੈ ਪਾਰਟੀ, ਰਾਜਪਾਟ ਸੰਭਾਲਣ ਵਾਸਤੇ ਆਈ ਹੈ। ਦੋਹਾਂ 'ਚ ਫਰਕ ਹੈ, ਤੇ ਗੱਲ ਥੋੜੀ ਸੋਚਦੀ ਹੈ। ਗੁਰਨਾਮ ਸਿੰਘ ਚੜੂਨੀ ਨੇ, ਕਿਸਾਨ ਲੀਡਰ, ਉਹ ਵੀ ਅਪੀਲ ਕਰ ਰਹੇ ਨੇ, ਜਿਹੜੀਆਂ ਜਥੇਬੰਦੀਆਂ ਬਾਈਕਾਟ ਕਰ ਰਹੀਆਂ ਨੇ ਜਾਂ ਵਿਰੋਧ ਕਰ ਰਹੀਆਂ ਨੇ, ਕਹਿੰਦੇ ਫਿਰ ਕਿੰਨਾ ਸਮਾਂ ਤੁਸੀਂ ਇਹਨਾਂ ਦੇ ਥੱਲੇ ਲੱਗੇ ਰਹੋਗੇ, ਜੋ 70 ਸਾਲ ਤੁਹਾਨੂੰ ਲੁੱਟਦੇ ਰਹੇ, ਕੁੱਟਦੇ ਰਹੇ, ਹੁਣ ਸਮਾਂ ਆ ਗਿਆ ਜਾਗਣ ਦਾ? ਬਿਲਕੁਲ ਸਹੀ ਗੱਲ ਆ, ਮੈਂ ਵੀ ਅਪੀਲ ਕਰੂੰਗਾ ਵੀ ਦੇਖੋ, ਜੰਗ ਤਾਂ ਅਸੀਂ ਲੜਦੇ ਆਏ ਰਹੇ ਹਾਂ 70 ਸਾਲਾਂ ਤੋਂ। ਜੇ ਸਾਡੇ ਲੜਾਈ ਲੜਦਿਆਂ ਸਾਡੇ ਖਿਲਾਫ ਕਾਨੂੰਨ ਬਣੀ ਜਾਂਦੇ ਨੇ, ਸਾਡੀ ਜਿਹੜੀ ਦਿਸ਼ਾ ਹੈ, ਸਾਡੀ ਜਿਹੜੀ ਦਸ਼ਾ ਹੈ, ਉਹ ਦਿਨ ਪਰ ਦਿਨ ਬੱਤਰ ਹੁੰਦੀ ਜਾ ਰਹੀ ਹੈ। ਕਿਸਾਨਾਂ ਨੂੰ ਖੁਦਕਸ਼ੀ ਕਰਨੀ ਪੈ ਰਹੀ ਹੈ। 70% ਕਿਸਾਨ ਆਪਣੀ ਜ਼ਮੀਨ ਤੇ ਉਹ ਤੋਂ ਵੱਧ ਦਾ ਲੋਨ ਲਈ ਬੈਠੇ ਨੇ, ਤੇ ਅੱਜ ਕਿੰਨੇ ਲੋਕ 102ਵੇਂ ਹਿੱਸੇ ਤੇ ਅਸੀਂ ਚਲੇ ਗਏ ਭੁੱਖਮਰੀ ਦੇ ਉਸ ਤੇ। ਤੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆ, ਜੇ ਅੱਜ ਸਾਡੀ ਲੜਾਈ ਲੜਦੇ ਆ ਕਿਸਾਨ ਯੂਨੀਅਨ ਦੀ, ਅਸੀਂ ਕੋਈ ਸੁਧਾਰ ਨਹੀਂ ਕਰ ਸਕੇ, ਹੁਣ ਸਾਨੂੰ ਇਧਰਲੇ ਪਾਸੇ ਆ ਕੇ ਵੀ ਦੇਖ ਲੈਣਾ ਚਾਹੀਦਾ ਹੈ। ਇੱਕ ਵਾਰੀ ਇਹ ਸਹੀ ਕੀ ਪਤਾ ਅਸੀਂ ਜਾ ਕੇ ਵਿਧਾਨ ਸਭਾ ਤੇ ਲੋਕ ਸਭਾ 'ਚ ਅਸੀਂ ਆਪਣੇ ਪੱਖ ਦੇ ਕਾਨੂੰਨ, ਆਪਣੀਆਂ ਮੁਸ਼ਕਲਾਂ ਹੱਲ ਕਰ ਸਕੀਏ, ਤੇ ਸਾਨੂੰ ਸਾਰਾ ਚਾਨਣਾ ਹੋ ਜਾਊਗਾ। ਤੇ ਹੁਣ ਇਹੀ ਥੋੜ੍ਹੀ ਵੀ ਅਸੀਂ ਸੜਕਾਂ 'ਤੇ ਬੈਠੇ ਰਹਿਣਾ। ਦੂਜੀ ਗੱਲ ਇਹ ਹੈ, ਪਹਿਲਾਂ ਹੋਇਆ ਕਰਦਾ 2 ਦਿਨ ਦਾ ਸੰਘਰਸ਼, 3 ਦਿਨ ਦਾ ਸੰਘਰਸ਼, ਸਰਕਾਰਾਂ ਮੰਨ ਲੈਂਦੀਆਂ। ਹੁਣ ਤਾਂ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਲ ਤੋਂ ਵੱਧ ਦਿੱਲੀ ਲਾਏ ਆਏ, 6 ਮਹੀਨੇ ਪਹਿਲਾਂ ਪੰਜਾਬ 'ਚ ਬੈਠੇ ਰਹੇ, ਇੰਨੀ ਲੜਾਈ ਤੋਂ ਬਾਅਦ 3 ਕਾਨੂੰਨ ਵਾਪਸ ਕਰਵਾ ਸਕੇ ਆ, ਉਹਦੇ ਉਲਟ 6-7 ਕਾਨੂੰਨ ਸਾਡੇ ਖਿਲਾਫ ਨਵੇਂ ਬਣ ਗਏ। ਫਿਰ ਇਸ ਕਰਕੇ ਇਹ ਸਭ ਨੂੰ ਸਮਝ ਲੈਣਾ ਚਾਹੀਦਾ ਹੈ, ਇਹ ਜ਼ਰੂਰੀ ਹੈ। ਜੇ ਇੱਕ ਦਵਾਈ ਨਾਲ ਇਲਾਜ ਨਹੀਂ ਹੁੰਦਾ ਤਾਂ ਸਾਨੂੰ ਉਹ ਸਿਸਟਮ ਚੇਂਜ ਕਰ ਲੈਣਾ ਚਾਹੀਦਾ ਹੈ, ਕੋਈ ਹੋਰ ਦਵਾਈ ਲੈ ਲੈਣੀ ਚਾਹੀਦੀ ਹੈ। ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ, ਉਹਨਾਂ ਨੇ ਕਾਗਜ਼ ਪਟਿਆਲੇ ਤੋਂ ਦਾਖਲ ਕੀਤੇ ਅੰਮ੍ਰਿਤਸਰ ਹਲਕੇ ਬਾਰੇ। ਉਹ ਕਹਿੰਦੇ ਵੀ ਵਿਕਰਮ ਮਜੀਠੀਆ ਜਿੱਤੂ, ਉੱਥੇ ਨਵਜੋਤ ਸਿੰਘ ਸਿੱਧੂ ਹਾਰੂਗਾ। ਕੀ ਦੇਖ? ਇਹ ਤਾਂ ਆਪਸੀ ਰੰਜਿਸ਼ ਹੈ, ਸਿੱਧੂ ਨੇ ਕੈਪਟਨ ਨੂੰ ਲਾਇਆ, ਉਹਦੀ ਆਪਸੀ ਰੰਜਿਸ਼ ਹੈ ਵੀ ਉੱਥੇ ਮਜੀਠੀਆ ਜਿੱਤੂ। ਇਹ ਕੋਈ ਭਵਿੱਖਬਾਣੀ ਥੋੜੂ ਹੈ, ਕੋਈ ਉੱਥੇ ਜਾ ਕੇ ਥੋੜੂ ਦੇਖ ਲਿਆ ਉਹਨਾਂ ਨੇ। ਇਹ ਤਾਂ ਇੱਕ ਆਮ ਗੱਲ ਕਹਿਤੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੈਪਟਨ ਸਾਹਿਬ ਦੇ ਸਟੈਂਡ ਦੀ, ਵੀ ਇੱਕ ਦਿਨ ਮਜੀਠੀਆ ਦੇ ਖਿਲਾਫ ਬੋਲਣ ਵਾਲਾ, ਉਹਨੂੰ ਕਹਿਣ ਵਾਲਾ ਮੈਂ ਚੱਕ ਕੇ ਅੰਦਰ ਦੇਊਂਗਾ, ਉਹਨੂੰ ਡਰੱਗ ਦਾ ਮਾਫੀਆ ਕਹਿਣ ਵਾਲਾ, ਅੱਜ ਉਹਦੀ ਸਿਫਤ ਕਰ ਰਿਹਾ, ਉਹਨੂੰ ਜਿੱਤਣ ਦੀ ਕਾਮਨਾ ਕਰ ਰਿਹਾ। ਇਹ ਤਾਂ ਮੈਨੂੰ ਇਹੀ ਨਹੀਂ ਗੱਲ ਸਮਝ ਆਉਂਦੀ ਇਹਨੇ ਰਾਜਨੇਤਾਵਾਂ ਦੀ। ਇਹ ਇੰਨੀ ਛੇਤੀ ਆਪਣੇ ਗਿਰਗੜ ਤੋਂ ਵੀ ਛੇਤੀ ਰੰਗ ਬਦਲਦੇ ਨੇ। ਲੋਕਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਲੋਕਾਂ ਦੀ ਭਾਵਨਾ ਦੀ ਕੋਈ ਪਰਵਾਹ ਨਹੀਂ ਹੈ। ਇਹਨਾਂ ਦਾ ਸਿਰਫ ਕਿੱਸਾ ਜਿਹੜਾ ਕੁਰਸੀ ਦਾ ਹੈ, ਕੁਰਸੀ ਤੱਕ ਮਤਲਬ ਹੈ। ਲੜਾਈ ਇਹਨਾਂ ਦੀ ਕੁਰਸੀ ਦੀ ਹੈ, ਹੋਰ ਕੁਝ ਨਹੀਂ ਹੈ।
ਕੀ ਲੱਗਦਾ ਤੁਹਾਨੂੰ ਲੋਕ ਕੀ ਚਾਹੁੰਦੇ ਨੇ ਹੁਣ? ਕੀ ਲੋਕਾਂ ਦੀ ਤੁਸੀਂ ਨਬਜ਼ ਪਛਾਣੀ ਹੋਣੀ ਹੈ, ਕਿਉਂਕਿ ਮੋਰਚੇ ਦੇ ਵਿੱਚ ਜਿਹੜੇ ਲੋਕ ਗਏ ਨੇ ਜਾਂ ਸ਼ਹੀਦ ਹੋਏ ਨੇ ਮੋਰਚੇ ਦੇ ਵਿੱਚ ਕਿਸਾਨ, ਉਹਨਾਂ ਨੂੰ ਪਰਿਵਾਰਾਂ ਨੂੰ ਵੀ ਮਿਲੇ ਹੋ, ਕੀ ਕਹਿੰਦੇ ਨੇ ਲੋਕ? ਦੇਖੋ ਜੀ, ਲੋਕਾਂ ਦੇ ਮਨ 'ਚ ਦਰਦ ਹੈ, ਬਹੁਤ ਵੱਡਾ ਦਰਦ ਹੈ। ਲੋਕ ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ, ਜਿਹੜੀਆਂ ਉੱਥੇ ਰਾਤਾਂ ਕੱਟੀਆਂ ਨੇ, ਜਿਹੜੇ ਬਜ਼ੁਰਗ ਉੱਥੇ ਕੋਰੇ 'ਚ ਠੁਰੇ ਨੇ, ਤੇ ਜਿਹੜੀ ਬਜ਼ੁਰਗਾਂ ਦੇ 70 ਸਾਲਾਂ ਦੇ ਡਾਂਗਾ ਪਈਆਂ ਨੇ, ਉਹ ਦਰਦ ਤਾਂ ਲੋਕਾਂ ਦੇ ਹੈ। ਪਰ ਕੁਝ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਉੱਥੇ ਗਏ ਹੀ ਨਹੀਂ, ਜਿਨ੍ਹਾਂ ਦੀ ਨਾ ਉਦੋਂ ਜ਼ਮੀਰ ਜਾਗੀ ਨਾ ਅੱਜ ਜ਼ਮੀਰ ਜਾਗੀ, ਉਹ ਅੱਜ ਵੀ ਦੂਜੀਆਂ ਪਾਰਟੀਆਂ ਦੇ ਝੰਡੇ 'ਚ ਕੀ ਫਿਰਦੇ ਨੇ, ਅੱਜ ਵੀ ਉਹ ਕਿਸਾਨਾਂ ਦੇ ਉਲਟ ਚੱਲ ਰਹੇ ਨੇ। ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਨਹੀਂ ਜਾਗੀ, ਜਿਨ੍ਹਾਂ ਦੀ ਜ਼ਮੀਰ ਜਾਗੀ ਹੋਈ ਹੈ, ਜਿਨ੍ਹਾਂ ਨੂੰ ਦਰਦ ਹੈ, ਉਹ ਡਟ ਕੇ ਖੜੇ ਨੇ, ਉਹ ਬਦਲਾਅ ਚਾਹੁੰਦੇ ਨੇ। ਉਹ ਕਹਿੰਦੇ ਨੇ ਵੀ ਸਾਨੂੰ ਲੜਾਈ ਲੜਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਵੀ ਅਸੀਂ ਪੰਜਾਬ ਅਥੈਸੀਆਂ, ਪੰਜਾਬੀਆਂ ਦੇ ਰਾਖੀਆਂ ਸੀ, ਪਾਣੀ ਦੇ ਰਾਖੀਆਂ ਸੀ। ਕੋਈ ਇੱਕ ਮੁੱਦਾ ਜਿਹੜਾ ਉਹਨਾਂ ਨੇ ਪੰਜਾਬ ਪ੍ਰਤੀ ਦੇ ਪ੍ਰਤੀ ਸੰਜੀਦਾ ਹੋਣ, ਕਿਸੇ ਇੱਕ ਮੁੱਦੇ ਤੇ ਸਾਹਮਣੇ ਦੱਸ ਦੇਣ ਕਿਹੜਾ ਮੁੱਦਾ ਉਹ ਸੀਗਾ। ਨਸ਼ੇ ਤੇ ਬੋਲੇ, ਉਹ ਮਜੀਠੀ ਤੋਂ ਮਾਫੀ ਮੰਗੇ, ਐਤਕੀ ਨਸ਼ੇ ਦਾ ਮੁੱਦਾ ਹੀ ਨਹੀਂ ਹੈ। ਠੀਕ ਹੈ, ਪਾਣੀ ਤੇ ਬੋਲੇ, ਜਾ ਕੇ ਉੱਥੇ ਬਿਆਨ ਦਿੱਤਾ ਹਰਿਆਣੇ ਦੇ ਵਿੱਚ ਕਿ ਅਸੀਂ ਇਹ ਤਾਂ ਸਭ ਦਾ ਹੱਕ ਹੈ। ਦਿੱਲੀ ਦੇ ਵਿੱਚ ਦੇਤਾ, ਜੇ ਪੰਜਾਬ ਸਰਕਾਰ ਆਉਂਦੀ ਹੈ ਸਾਡੀ, ਅਸੀਂ ਦਿੱਲੀ ਨੂੰ ਪਾਣੀ ਫਰੀ ਦੇ ਦਾਂਗੇ। ਪਾਣੀ ਦੇ ਮੁੱਦੇ ਤੇ ਵੀ ਉਹ ਸਟੈਂਡ ਪਲ ਬਦਲ ਜਾਂਦੇ ਨੇ। ਉਸ ਤੋਂ ਬਾਅਦ ਮੈਨੂੰ ਇੱਕ ਗੱਲ ਦੱਸੋ, ਇੱਥੇ ਜਿਹੜੀ ਖੇਤੀਬਾੜੀ ਅਸੀਂ ਕਰਦੇ ਹਾਂ, ਸਾਨੂੰ ਕੋਈ ਇਹੋ ਜਿਹਾ ਕੋਈ ਸਿਸਟਮ ਨਹੀਂ। ਉੱਥੇ ਡਰਾਮਾ ਕਰਦੇ ਨੇ ਕਿ ਅਸੀਂ ਦਵਾਈ ਬਣਾਤੀ ਜੀ, ਜਿਹੜਾ ਇਹ ਸਟਰਾ ਹੈ, ਸਟਰਾ ਖਤਮ ਹੋ ਜਾਂਦਾ ਉਹਦੇ ਨਾਲ। ਪੰਜਾਬ ਦੇ ਵਿੱਚ ਲਿਆ ਕੇ ਦਿਖਾਉਂਦੇ, ਪੰਜਾਬ ਦੇ ਲੋਕਾਂ ਨੂੰ ਦੱਸਦੇ ਵੀ ਆ ਲਓ ਜੀ ਤੁਹਾਨੂੰ ਫ੍ਰੀ ਦੇਤੀ ਅਸੀਂ ਨੇ। ਸਿਰਫ ਐਡ ਹੈ, ਹੋਰ ਕੁਝ ਨਹੀਂ ਹੈ। ਉੱਥੇ ਦਾ ਜਿਹੜਾ ਸਕੂਲਾਂ ਦਾ ਉਹ ਹੈ, ਤਾਂ ਹੁਣ ਮੈਂ ਪੇਪਰ 'ਚ ਪੜ੍ਹ ਰਿਹਾ ਸੀ ਤੇ ਉਹਦਾ ਸਾਰਾ ਖੁਲਾਸਾ ਬੰਦਿਆਂ ਨੇ ਕਰਤਾ, ਕਿਹੜੀ ਇਹਨਾਂ ਦੀ ਉੱਥੇ ਮਾਡਲ ਹੈ ਉੱਥੋਂ ਦਾ। ਸਭ ਤੋਂ ਮਾੜੀ ਗੱਲ, ਨਸ਼ਿਆਂ ਦੇ ਖਿਲਾਫ ਬੋਲਣਾ ਵੀ ਸ਼ਰਤ ਆ। ਦਿੱਲੀ ਦੇ ਵਿੱਚ 17 ਸਾਲ ਤੱਕ ਦੇ ਬੱਚਿਆਂ ਨੂੰ ਸ਼ੂਟ ਕਰਤੀ ਸ਼ਰਾਬ ਪੀਣ ਦੀ। ਹਰ ਗਲੀ ਮੁਹੱਲੇ ਦੇ ਵਿੱਚ ਠੇਕਾ ਖੋਲਤਾ। ਇਹ ਕਿੱਧਰ ਦੀ ਸਿਆਣਪ ਹੈ? ਇਹ ਕੋਈ ਗੱਲਬਾਤ ਨਹੀਂ। ਇਹ ਤਾਂ ਸਿਰਫ ਰਾਜਪਾਟ ਕਰਨ ਆਏ ਨੇ, ਲੋਕਾਂ ਦਾ ਬੇਵਕੂਫ ਬਣਾ ਰਹੇ ਨੇ। ਜਿਹੜੇ ਪੰਜਾਬ ਹਤੈਸ਼ੀ ਬੰਦੇ ਸੀਗੇ, ਉਹ ਤਾਂ ਇਹਨਾਂ ਨੇ ਕੱਢ ਕੇ ਬਾਹਰ ਮਾਰੇ। 20 MLA ਇਹਨਾਂ ਦੇ ਆਏ, 20 ਚੋਂ 10 ਨਾਲ ਰਹੇ, 10 ਨੂੰ ਨਹੀਂ ਰੱਖ ਸਕੇ। 4 ਇਹਦੇ MP ਆਏ, ਉਹਨਾਂ ਚੋਂ ਇੱਕ ਰਿਹਾ, ਉਹ ਵੀ ਭਗਵੰਤ ਮਾਨ ਪ੍ਰਧਾਨਗੀ ਕਰਕੇ ਅਸਤੀਫਾ ਇਹ ਵੀ ਦੇ ਗਿਆ ਸੀ ਇੱਕ ਵਾਰੀ। ਤੇ ਮੁੜ ਕੇ ਚਲੋ ਇਸ ਲਾਲਚ 'ਚ ਵੀ ਸ਼ਾਇਦ ਮੈਨੂੰ CM ਬਣਾ ਦੇਣਗੇ, ਡਟਿਆ ਰਿਹਾ। ਨਹੀਂ, ਜੇ ਦੇਖੀਏ ਜਿਸ ਦਿਨ ਤੋਂ ਪਾਰਟੀ 'ਚ ਇਹ ਪ੍ਰਧਾਨ ਬਣਿਆ, ਇਹਦਾ ਉਹ ਤਾਂ ਚੱਲਦਾ ਰਿਹਾ ਨਾ। ਕਦੇ ਪ੍ਰਧਾਨਗੀ ਪਿੱਛੇ ਅੱਜ ਰੁੱਸ ਕੇ ਬਹਿ ਗਿਆ, ਕਦੇ ਕੁਛ ਕਦੇ ਕੁਛ ਕਦੇ ਕੁਛ। ਚੱਲ ਇਹ ਹੈ ਵੀ ਹੋਰ ਕੋਈ ਟਿਕਾਣਾ ਨਹੀਂ ਸੀ। ਜਿਵੇਂ ਅੱਜ ਸਿੱਧੂ ਨੂੰ ਕਾਂਗਰਸ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਹੈ, ਉਹ ਵੀ ਛੱਡਣ ਨੂੰ ਤਿਆਰ ਹੈ। ਐਵੇਂ ਜਿਵੇਂ ਇਹਨੂੰ ਵੀ ਭਗਵੰਤ ਮਾਨ ਨੂੰ ਵੀ ਕੋਈ ਟਿਕਾਣਾ ਨਹੀਂ, ਇਸ ਕਰਕੇ ਫਸਿਆ ਹੋਇਆ ਚੱਲ ਰਿਹਾ ਹੈ। ਕਿਸਾਨਾਂ ਦਾ ਚੋਣ ਮੈਨੀਫੈਸਟੋ ਕਦੋਂ ਆ ਰਿਹਾ ਤੁਹਾਡੀ ਪਾਰਟੀ ਦਾ? ਦੇਖੋ, ਸਾਡਾ ਚੋਣ ਮੈਨੀਫੈਸਟੋ, ਇੱਕ ਤਾਂ ਮੈਂ ਤੁਹਾਨੂੰ ਦੱਸਦਾ, ਸਾਡਾ ਮੇਨ ਸਿੱਧਾ ਏਜੰਡਾ ਇਹ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਅਸੀਂ ਉਹਨੂੰ ਲਾਂਭੇ ਕਰਕੇ ਲੋਕਾਂ ਦਾ ਕਾਰੋਬਾਰ ਲੋਕਾਂ ਦੇ ਹੱਥ 'ਚ ਰੱਖਣਾ ਚਾਹੁੰਦੇ ਹਾਂ। ਚਾਹੇ ਆਨਲਾਈਨ ਕਾਰੋਬਾਰ ਹੈ, ਆਨਲਾਈਨ ਕਾਰੋਬਾਰ ਨੂੰ ਅੱਜ ਸਾਡੇ ਬਾਜ਼ਾਰ ਦਾ 30% ਖਤਮ ਕਰਤਾ। ਠੀਕ ਹੈ, ਅਸੀਂ ਇਹਨੂੰ ਵੀ ਕਾਰਪੋਰੇਟਾਂ ਦਾ ਹੀ ਮੰਨਦੇ ਹਾਂ, ਇਹਨੂੰ ਵੀ ਰੋਕਣਾ ਚਾਹੁੰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜੇ ਵੱਡੇ ਕਾਰਪੋਰੇਟ ਆ ਗਏ, ਖੇਤੀ ਉਹਨਾਂ ਦੇ ਹੱਥ 'ਚ ਚਲੀ ਗਈ, ਆ ਜਿਹੜੇ ਛੋਟੇ ਕਾਰੋਬਾਰੀ ਨੇ ਸਭ ਖਤਮ ਹੋ ਜਾਣਗੇ। ਛੋਟੀਆਂ ਫੈਕਟਰੀਆਂ ਖਤਮ ਹੋ ਜਾਣਗੀਆਂ, ਵੱਡੇ ਉਹਨਾਂ ਕੋਲੇ ਚਲੇ ਜਾਣਗੇ, ਵੱਡੇ ਮਾਲ ਹੋ ਜਾਣਗੇ, ਸਾਰੇ ਲੇਬਰ ਕਲਾਸ ਬਣ ਜਾਣਗੇ। ਜਦੋਂ ਲੇਬਰ ਕਲਾਸ ਸਾਰੇ ਲੋਕ ਬਣ ਗਏ ਤਾਂ ਲੋਕਾਂ ਨੂੰ ਲੇਬਰ ਵੀ ਨਹੀਂ ਮਿਲਣੀ। ਲੇਬਰ ਕਲਾਸ ਜ਼ਿਆਦਾ ਹੋ ਜਾਣਗੇ, ਜਿਹੜੀ ਆ ਹੁਣ ਲੇਬਰ ਮਿਲ ਰਹੀ ਹੈ ਲੋਕਾਂ ਨੂੰ 500 ਰੁਪਏ ਦਿਹਾੜੀ, ਫਿਰ ਇਹ ਵੀ ਨਹੀਂ ਮਿਲਣੀ ਹੈ। ਸਾਨੂੰ ਤਾਂ ਵੱਡਾ ਖਾਸਾ ਇਹ ਹੈ। ਪਹਿਲੀ ਗੱਲ ਤਾਂ ਇਹ ਰੋਕਦੇ ਹਾਂ। ਦੂਜਾ, ਸਾਡਾ ਮੁੱਖ ਏਜੰਡਾ ਇਹ ਹੈ, ਜਿਹੜੀ ਅਸੀਂ ਦੇਖਦੇ ਹਾਂ ਸਾਡਾ ਪਾਣੀ ਗੰਦਾ ਹੋਈ ਜਾਂਦਾ ਹੈ। ਡਿਵਰਸੀਫਿਕੇਸ਼ਨ ਦੀ ਹਰ ਕੋਈ ਗੱਲ ਕਰਦਾ ਖੇਤੀਬਾੜੀ ਦੀ, ਉਹ ਕਿਵੇਂ ਲਿਆਵਾਂਗੇ? ਅਸੀਂ ਉਹਨੂੰ ਸਿਸਟਮ ਨਾਲ ਲਿਆਵਾਂਗੇ, ਕਲਸਟਰ ਬਣਾ ਕੇ। ਜਿੰਨੀ ਲੋੜ ਸਾਨੂੰ ਪੰਜਾਬ ਨੂੰ ਦਾਲਾਂ ਦੀ, ਮੋਟੇ ਅਨਾਜ ਦੀ, ਤੇਲ ਦੇ ਉਹਨਾਂ ਦੀ ਹੈਗੀ ਹੈ, ਉਹ ਸਾਰੇ ਉਸ ਹਿਸਾਬ ਨਾਲ ਬਿਜਾਈ ਕਰਾ ਕੇ ਸਾਡੀਆਂ 5 ਏਜੰਸੀਆਂ ਜਿਹੜੀਆਂ ਹੈਗੀਆਂ ਨੇ, ਇਫਕੋ, ਕ੍ਰਿਪਕੋ, ਪਨਸੀਡ, ਮਾਰਕਫੈਡ, ਇਹਨਾਂ ਦੇ ਥਰੂ ਅਸੀਂ ਉਹਦੀ ਵਿਕਰੀ ਕਰਕੇ ਇਹਨਾਂ ਨੂੰ, ਹੁਣ ਇਹ ਤਾਂ ਚਿੱਟਾ ਹੱਥੀ ਬਣੀਆਂ ਹੋਈਆਂ ਨੇ, ਇਹਨਾਂ ਤੋਂ ਕੰਮ ਲਵਾਂਗੇ। ਦੂਜਾ, ਸਭ ਤੋਂ ਵੱਡੀ ਗੱਲ, ਅਸੀਂ ਲੋਕਾਂ ਦੀ ਇੱਜ਼ਤ ਬਹਾਲ ਕਰਨੀ ਚਾਹੁੰਦੇ ਹਾਂ। ਹੁਣ ਹਰ ਦਫ਼ਤਰ ਦੇ ਵਿੱਚ ਕਿਸੇ ਦੀ ਇੱਜ਼ਤ ਮਾਣ ਨਹੀਂ ਹੁੰਦਾ ਹੈ, ਜਾਂ ਤਾਂ ਪੈਸੇ ਦੇਣੇ ਪੈਂਦੇ ਨੇ ਜਾਂ ਫਿਰ MLA ਦੇ ਘਰੋਂ ਚੱਲਦੇ ਨੇ ਸਾਰੇ ਦਫ਼ਤਰ। MLA ਚਲਾਉਂਦੇ ਨੇ, ਉੱਥੋਂ ਅਪਰੋਚ ਕਰਾਓ ਤਾਂ ਤੁਹਾਡਾ ਕੰਮ ਹੁੰਦਾ ਹੈ। ਇਹ ਸਾਰਾ ਸਿਸਟਮ ਖਤਮ ਕਰਨਾ ਚਾਹੁੰਦੇ ਹਾਂ। ਅਸੀਂ ਕਹਿੰਦੇ ਹਰ ਇੱਕ ਬੰਦਾ ਇਸ ਗੱਲ ਦਾ ਮਾਣ ਕਰੇ ਵੀ ਮੈਂ ਆਜ਼ਾਦ ਦੇਸ਼ ਦਾ ਵਾਸੀ ਹਾਂ, ਤੇ ਮੈਂ ਜਿਹੜੇ ਦਫ਼ਤਰ ਜਾਊਂਗਾ ਮੇਰਾ ਸਤਿਕਾਰ ਹੋਊਗਾ ਤੇ ਪਹਿਲ ਦੇ ਆਧਾਰ ਤੇ ਕੰਮ ਹੋਊਗਾ। ਕੇਜਰੀਵਾਲ ਸਾਹਿਬ ਕੱਲ ਐਲਾਨ ਕਰ ਰਹੇ ਸੀ, ਕਹਿੰਦੇ ਵੀ ਖੁੱਲਾ ਆਫਰ ਆ, ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਨੇ, ਜਿਹੜੇ ਇਮਾਨਦਾਰ ਲੀਡਰ ਸਾਡੇ ਕੰਨੀ ਆ ਜਾਓ। ਓਹੋ, ਬੋਲੀ ਲਾਉਣ ਲੱਗੇ ਹੋਏ ਨੇ। ਇਮਾਨਦਾਰ ਲੀਡਰ ਨੇ ਜਿਹੜੇ ਪਹਿਲਾਂ ਬਾੜੇ ਨੂੰ ਇਮਾਨਦਾਰ ਲੀਡਰ ਨੇ, ਜਿਨ੍ਹਾਂ ਨੂੰ ਬੁਲਾਈ ਜਾਂਦੇ ਨੇ। ਇਹ ਤਾਂ ਇੱਕ ਐਵੇਂ ਗੱਲ, ਐਕਚੁਅਲੀ ਪਤਾ ਕੀ ਹੈ ਗੱਲ? ਤਾਂ ਇਹ ਹੈ, ਆਪਣਾ ਕੁਨਬਾ ਵਧਾ ਕੇ ਇੱਥੇ ਰਾਜਪਾਟ ਕਰਨਾ ਚਾਹੁੰਦੇ ਨੇ। ਇਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਪੰਜਾਬੀਆਂ ਦੀ ਚੱਲਦੀ ਨਹੀਂ ਹੈ। ਭਗਵੰਤ ਮਾਨ ਪ੍ਰਧਾਨ, ਜਰਨੈਲ ਸਿੰਘ
ਪਰਿਵਾਰੀ ਇੱਥੋਂ ਦਾ, ਦੋਹੇ ਕਿਤੇ ਨਹੀਂ ਦਿਖਦੇ। ਦਿਖਦੇ ਕੌਣ ਨੇ? ਰਾਘਵ ਚੱਡੇ ਹੁਣੀ। ਪਹਿਲਾਂ ਕੌਣ? ਦੁਰਗੇਸ਼ ਪਾਠਕ ਨਹੀਂ ਦਿਖਦੇ ਸੀਗੇ। ਤੇ ਇਹ ਕਮਾਂਡ ਤਾਂ ਆਪਦੇ ਹੱਥ 'ਚ ਰੱਖਦੇ ਨੇ ਸਾਰੀ। ਜੇ ਇੱਕ ਬਲਾਕ ਦਾ ਮੈਂਬਰ ਵੀ ਲਾਉਣਾ ਹੈ, ਬਲਾਕ ਦਾ ਪ੍ਰਧਾਨ ਵੀ ਲਾਉਣਾ ਹੈ, ਜ਼ਿਲ੍ਹੇ ਪ੍ਰਧਾਨ ਦੀ ਹਿੰਮਤ ਨਹੀਂ ਹੈ, ਪੰਜਾਬ ਦਾ ਪ੍ਰਧਾਨ ਨਹੀਂ ਕੋਈ ਉਹ ਲਾ ਸਕਦਾ। ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਹੋਣੀ ਟਰਾਂਸਪੇਰੈਂਸੀ ਨਹੀਂ ਹੈ, ਉਹ ਸਰਕਾਰ ਦੇ ਵਿੱਚ ਕੀ ਟਰਾਂਸਪੇਰੈਂਸੀ ਦੇਣਗੇ? ਕੀ ਲੋਕਾਂ ਨੂੰ ਪਾਵਰ ਦੇਣਗੇ? ਕੀ ਲੋਕਾਂ ਦੀ ਉਹ ਕਰਨਗੇ? ਇਹ ਤਾਂ ਸਭ ਕਹਿਣ ਦੀਆਂ ਗੱਲਾਂ ਨੇ। ਇੱਕ ਰਾਜਪਾਟ ਦੀ ਗੱਲ ਹੈ। ਉਹਨੇ ਤਾਂ ਇੱਥੇ ਟੀਚਰਾਂ ਨੂੰ ਕਹਿਤਾ ਕਿ ਮੈਂ ਆ ਕੇ ਪੱਕਿਆ ਕਰ ਦੂੰਗਾ। ਉੱਥੇ ਟੀਚਰ ਧਰਨਾ ਦੇ ਬੈਠੇ ਨੇ। ਉੱਥੇ ਵਾਲੇ ਮਾੜੇ ਲੱਗਦੇ ਨੇ, ਪਹਿਲਾਂ ਉਹਨਾਂ ਨੂੰ ਤਾਂ ਕਰਦੇ। ਉੱਥੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਦੇ। ਇੱਥੇ ਵਾਲਿਆਂ ਨੂੰ ਸੱਦੇ ਦੇਈ ਜਾਂਦਾ। ਇਹ ਤਾਂ ਸਿਰਫ ਡਰਾਮੇਬਾਜ਼ੀ ਹੈ। ਰਾਜਪਾਟ ਕਰਨਾ, ਹੋਰ ਕੁਝ ਨਹੀਂ, ਜੁਮਲੇ ਨੇ। ਧੰਨਵਾਦ। ਦੇਸ਼ ਸੰਘਰਸ਼ ਪਾਰਟੀ ਦੇ ਵੱਲੋਂ ਉਮੀਦਵਾਰ ਚੋਣ ਲੜ ਰਹੇ ਨੇ ਗੁਰਨਾਮ ਸਿੰਘ ਚੜੂਨੀ ਦਾ ਧੜਾ ਹੈ। ਇਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਇਸ ਵਾਰ ਲੋਕ ਜਾਗਰੂਕ ਹੋ ਚੁੱਕੇ ਨੇ, ਕਿਸਾਨਾਂ ਦਾ ਸਾਥ ਦੇਣਗੇ। P5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।